अस्सलाम वालेकुम, मैं हूं एहसान पाकिस्तान फूड गाइड के आज के नए एपिसोड में। इस वक्त मैं मौजूद हूं बन्नी गाला की बिल्कुल एंट्रेंस पे, जो रावल चौक वाली साइड से एंटर हो रहा है रास्ता। यहां पे एक बाबा जी मौजूद हैं जो अपने काम में मसरूफ़ हैं। यहां पे वो गन्ने से गडेरियाँ बनाते हैं और उसको सेल आउट करते हैं। उनसे बात करते हैं जी कि वो किस तरीके से जो है वो अपना गुज़र बसर करते हैं और ये सारा मटीरियल कहाँ से लेके आते हैं। साथ में उनके पास एक और प्रोडक्ट भी मौजूद है, देसी अंडे उन्होंने अपने पास रखे हुए हैं, तो उसके बारे में बताते हैं। वो ख़रीद के लाते हैं, ये अपनी मुर्गियाँ पाली हुई हैं। ये सारी हम बात करते हैं बाबा जी से, तो उन्हीं की जानिब चलते हैं। माइक उनको हैंड ओवर करते हैं और फिर देखते हैं जी उनके पास क्या क्या मौजूद है। ये व्यूअर्स आप देख सकते हैं जी कि बाबा जी ने अपने साथ जो है वो यहाँ पे ये देसी मुर्गियों के अंडे भी रखे हुए हैं। सर्दियों का मौसम है और साथ गन्ने का सीज़न तो क्योंकि है ही है, तो बाबा जी यहाँ पे गडेरियाँ बना रहे हैं। और ये आप देख सकते हैं उन्होंने अपने पास एक छोटी सी जो है वो अपना मशीन रखी हुई है जिसकी मदद से वो गडेरियाँ काटते हैं। और यहाँ पे जो है वो उन्होंने कुछ गन्ने छील के रखे हुए हैं और ये कुछ उनका स्टॉक दूसरा पड़ा हुआ है। अरे बाबा जी कितने अरसे से ये काम कर रहे हैं? इनकी 50 साल हो 50 साल तो यही गडेरिया गन्ने का ही काम करता हूँ। गन्ने का काम करते हो तो रोजाना और गन्ने कितों लैके आते हो? ये गन्ना जी मंडी ले आना। ये मंडियों गन्ने लैके आते हो तो आन जान किस तरह करते हो? लोकल गड्डियां से जाते हो या कोई अपना सिस्टम है? नहीं जी कोई नहीं, ये तू किराए ते जाने ते वो अपना उतों फिर सुजुकी कर लवी दी, उस ते लिया भी दिया 10-12 पंडा। 10-12 पंडा का रोजाना कितना किराया देते जो? 1000 रुपये जी। आजकल गन्ने का रेट की चल रहा? गन्ने का रेट जी ये मणा का हिसाब नहीं होता इस गन्ने का। ये गन्ना चलता है सैकड़ा, यानी कि 5 गन्ने का बंडल होता है ते ये फिर 3rd क्लास ते 20 क्लास ते A क्लास हो, फिर इस तरीके गन्ना होता है। ਤੁਸੀਂ ਕਿਹੜਾ ਕਲਾਸ ਵਾਲਾ ਲੈ ਕੇ? ਅਸੀਂ ਜੀ A1 ਕਰਨਾ ਪਹਿਲੇ ਨੰਬਰ ਦਾ ਗੰਨਾ ਲੈਣਾ ਨੇ। ਅੱਛਾ, ਇਹ ਗੰਨਾ ਦੇ ਇਹਦੀ ਕੀ ਖਾਸ ਗੱਲ ਕੀ ਹੈ? ਇਹਦੀ ਖਾਸ ਗੱਲ ਇਹ ਹੁੰਦੀ ਜੀ ਇੱਕ ਤੇ ਚੀਨਣ ਯਾਨੀ ਕਿ ਕਾਣਾ ਘੱਟ ਹੁੰਦਾ ਹੈ, ਇਹ ਸਾਫ ਸੁਥਰਾ ਹੁੰਦਾ ਹੈ ਗੰਨਾ। ਅੱਛਾ ਜੀ, ਇਹ ਵੇਖੋ ਇੱਕ ਫਿਰ ਗੰਨਾ ਇਹ ਮਿੱਠਾ ਹੁੰਦਾ। ਦੂਸਰਾ ਗੰਨਾ ਜਿਹੜਾ ਪਿਛਲੀ ਸਾਈਡ ਦਾ ਹੁੰਦਾ ਉਹ ਕੱਚਾ ਹੁੰਦਾ, ਛੋਟਾ ਯਾਨੀ ਕਿ ਬੱਚਾ ਜਿਹੜਾ ਹੁੰਦਾ ਉਹ ਕੱਚਾ ਹੁੰਦਾ ਹੈ, ਉਹ ਫਿਰ इतना मीठा नहीं होता, वो सस्ता निकला। ये ਤੁਹਾਨੂੰ ਸੈਕੜਾ ਕਿਸ ਤਰ੍ਹਾਂ ਦਿੰਦਾ ਹੈ? ਇਹ ਸੈਕੜਾ ਜੀ ਮੈਨੂੰ ਭੇਜਿਆ ਹੈ ਕਿ 3800 ਨੇ। 3800 ਰੁਪਏ ਸੈਕੜਾ ਦਿੰਦਾ ਹੈ ਤੇ ਉਹਦੇ ਕਿੰਨੇ ਕਿਲੋ ਦੀ ਡੇਰੀ ਨਿਕਲਦੀ? ਉਹਦੇ ਜੀ ਇਹੋ ਜਿਹਾ ਇਹ ਕਾਣ ਨਾ ਨਿਕਲੇ ਨਾ, ਜਿਵੇਂ ਇਹ ਨਿਕਲਿਆ ਹੋਇਆ ਇਹ ਕਾਣਾ, ਇਹ ਕੀੜੇ ਵਾਲਾ, ਤੇ ਫਿਰ ਜਨਾਬ ਜੀ ਨਿਕਲ ਜਾਂਦੀ 20 ਕਿਲੋ 22 ਕਿਲੋ ਗੰਡੇਰੀ। ਇਹ ਬਾਬਾ ਜੀ ਪਹਿਲੇ ਤੁਹਾਡੇ ਗਾਹਕ ਆਏ ਨੇ, ਇਹਨਾਂ ਨੂੰ ਡੀਲ ਕਰ ਲਓ, ਬਾਕੀ ਗੱਲ ਆਪਾਂ ਬਾਅਦ ਹੀ ਕਰਨੇ ਆ। ਠੀਕ ਹੈ ਜੀ, ਇਹ ਪਹਿਲੇ ਇਹਨਾਂ ਨਾਲ ਗੱਲ ਕਰ ਲਓ ਜੀ। ਅੱਛਾ ਬਾਬਾ ਜੀ, ਅਸੀਂ ਗੱਲ ਕਰ ਰਹੇ ਸੀ ਗੰਨੇ ਦੇ ਬਾਰੇ 'ਚ। ਜੀ ਤੁਸੀਂ ਦੱਸ ਰਹੇ ਸੀ ਕਿ A B C ਕਲਾਸ ਹੁੰਦਾ ਹੈਗਾ, ਤੁਸੀਂ ਇਹ ਕਲਾਸ ਲੈ ਕੇ ਆਉਂਦੇ ਹੋ ਤੇ ਇਹਦੇ ਵਿੱਚੋਂ ਕਿੰਨੀ ਗਡੇਰੀ ਨਿਕਲਦੀ ਹੈ? ਇਹ ਗੰਡੇਰੀ ਨਿਕਲ ਜਾਂਦੀ ਹੈ 18-20 ਕਿਲੋ। ਸੈਕੜੇ ਦੇ ਵਿੱਚੋਂ 18-20 ਕਿਲੋ? ਹਾਂ। ਤੁਸੀਂ ਵੇਚਦੇ ਕਿਸ ਤਰ੍ਹਾਂ ਕਿਲੋ ਨੇ ਇੱਥੇ? ਅਸੀਂ 100 ਰੁਪਏ ਕਿਲੋ ਵੇਚਦੇ। 100 ਰੁਪਏ ਕਿਲੋ। ਕਦੇ ਕਦੇ ਰੇਟ ਵੈਸੇ ਘੱਟ ਵੀ ਹੁੰਦਾ ਹੈ, ਅੱਜ 100 ਰੁਪਏ ਰੇਟ ਘੱਟ ਹੈ। ਹਾਂ, ਜਿਹੜਾ ਇਹ ਜਿਸਲ ਗੰਨੇ ਦਾ ਅੱਗੇ ਜ਼ੋਰ ਆ ਸੀ ਨਾ ਜੀ ਆਪਣੇ 'ਚ ਦੂਜੇ ਮਹੀਨੇ 'ਚ, ਫਿਰ ਗੰਨਾ ਜ਼ਿਆਦਾ ਕਟਾਈ ਹੋਸੀ, ਫਿਰ ਇਹ ਘਟ ਵੀ ਜਾਸੀ। ਇਹ ਗੰਨਾ ਅੱਜਕੱਲ ਤਾਜ਼ਾ ਹੁੰਦਾ ਹੈ ਜਾਂ ਕੋਈ ਟਾਈਮ ਦਾ ਹੈ? ਨਹੀਂ ਜੀ, ਤਾਜ਼ਾ ਹੈ ਬਿਲਕੁਲ। ਉਦੋਂ ਆਉਂਦਾ ਹੈ, ਸਵੇਰੇ ਨਿਲਾਮੀ ਹੋ ਜਾਂਦਾ। ਸਵੇਰੇ ਨਿਲਾਮੀ ਹੋ ਜਾਂਦੀ ਹੈ। ਤੁਸੀਂ 50 ਸਾਲਾਂ ਤੋਂ ਇਹ ਕੰਮ ਕਰ ਰਹੇ ਹੋ ਜੀ, ਤੇ ਤੁਸੀਂ ਕੀ ਸਮਝਦੇ ਹੋ ਅੱਜ ਤੋਂ 20 ਸਾਲ 30 ਸਾਲ ਪਹਿਲੇ ਕੀ ਹਾਲਾਤ ਸੀ? ਗੰਨੇ ਹੀ ਵੇਚਦੇ ਸੀ ਤੁਸੀਂ ਉਦੋਂ ਵੀ, ਹੁਣ ਵੀ ਤੁਸੀਂ ਇਹੀ ਕੰਮ ਕਰਦੇ ਹੋ ਤੇ ਉਦੋਂ ਪ੍ਰੋਫਿਟ ਜ਼ਿਆਦਾ ਹੈ ਜਾਂ ਅੱਜ ਜ਼ਿਆਦਾ ਹੈ, ਜਾਂ ਉਦੋਂ ਹਾਲਾਤ ਆਸਾਨ ਆ ਜਾਂ ਅੱਜ ਆਸਾਨ ਨੇ? ਉਦੋਂ ਜੀ ਇਹ ਹੁੰਦਾ ਸੀ ਮਜ਼ਦੂਰੀ ਕਰਨੀ, ਗੰਨੇ ਦੇ ਵਿੱਚ ਬੱਚਤ ਹੁੰਦੀ ਸੀ। ਹੁਣ ਜਿਹੜੀ ਬੱਚਤ ਵਾਲਾ ਕੰਮ ਗਿਆ ਬਸ ਐਵੇਂ, ਹੁਣ ਨਾਕੇ ਨਾਲ ਨਾਕਾ ਪੂਰਾ ਕਰਨ ਵਾਲੀ ਗੱਲ ਹੈ। ਦਿਹਾੜੀ ਕਿੰਨੀ ਲਾ ਲੈਂਦੇ ਹੋ? ਦਿਹਾੜੀ ਹੋ ਜਾਂਦੀ ਮੇਰੀ 700 600 800 ਵੀ ਹੋ ਜਾਂਦੀ। ਅੱਛਾ, 700-800 ਰੁਪਏ ਦਿਹਾੜੀ ਤੁਸੀਂ ਲਾ ਲੈਂਦੇ ਹੋ? ਲਾ ਲੈਂਦੇ। ਤੁਹਾਡੇ ਬੱਚੇ ਕਿੰਨੇ ਨੇ? ਮੇਰੇ ਬੱਚੇ ਜੀ 5 ਮੁੰਡੇ ਨੇ ਤੇ 2 ਬੱਚੀਆਂ। ਤੇ ਉਹ ਕੀ ਪੜ੍ਹਦੇ ਨੇ ਜਾਂ ਬਸ ਸ਼ਾਦੀ ਸ਼ੁਦੀ ਹੋ ਗਈਆਂ? 3 ਦੀਆਂ ਸ਼ਾਦੀਆਂ ਹੋ ਗਈਆਂ ਤੇ 2 ਹਾਲੇ ਕੁਆਰੇ ਪੜ੍ਹਦੇ ਨੇ। ਉਹ ਪੜ੍ਹਦੇ ਨੇ, ਹੁਣ ਉਹ ਮਤਲਬ ਹੈ ਕਿ ਪੜ੍ਹਦੇ ਨੇ ਜਿਸ ਫਾਰਗ ਟਾਈਮ ਹੁੰਦਾ ਹੈ ਉਹ ਵੀ ਫਿਰ ਕੋਈ ਮੂੰਗਫਲੀ ਵੇਚਦਾ, ਕੋਈ ਗਨੇਰੀਆਂ ਵੇਚਦਾ। ਅੱਛਾ, ਉਹ ਵੀ ਇਹ ਕੰਮ ਕਰਦੇ? ਹਾਂ, ਇਹ ਕੰਮ। ਇਹ ਜਿਹੜੇ ਹੁਣ ਤੁਸੀਂ ਦੱਸੋ ਜੀ ਇਹਨਾਂ ਅੰਡਿਆਂ ਦੇ ਬਾਰੇ 'ਚ। ਹਾਂਜੀ, ਇਹ ਤੁਸੀਂ ਅੰਡੇ ਜਿਹੜੇ ਨੇ ਇਹ ਆਪ ਕੁਕੜੀਆਂ ਪਾਲੀਆਂ ਹੋਈਆਂ ਨੇ ਜਾਂ ਖਰੀਦਦੇ ਨੇ? ਇਹ ਜੀ ਕੋਈ 30-40 ਮੁਰਗੀਆਂ ਮੇਰੇ ਕੋਲ ਆਪ ਦੀਆਂ ਨੇ ਤੇ ਬਾਕੀ ਜੋ ਆਵਾਜ਼ ਗਵਾਜ਼ ਆਉਂਦੀਆਂ ਮਾਈਆਂ ਹੁੰਦੀਆਂ ਨਾ ਉਹ ਵੀ ਦੇ ਦਿੰਦੀਆਂ। ਮੇਰੇ ਕੋਲ 12 ਵਾਧੂ ਹਨ ਤੇ ਮੇਰੇ ਕੋਲ 6 ਵਾਧੂ ਹਨ।
ਉਹ ਫਿਰ ਘਰਦਿਆਂ ਨੂੰ ਉਹ ਵੀ ਦੇ ਜਾਂਦੀਆਂ ਨੇ, ਉਹ ਵੀ ਫਿਰ ਅੱਗੇ। ਉਹਨਾਂ ਕੋਲ ਤੁਸੀਂ ਕਿਸ ਰੇਟ ਤੇ ਖਰੀਦਦੇ ਨੇ? ਅਸੀਂ ਉਹਨਾਂ ਕੋਲ ਜੀ 15 ਰੁਪਏ ਕਰੀਏ। 15 ਰੁਪਏ ਦਾ ਅੰਡਾ। ਇਹ ਤਾਂ ਤੁਸੀਂ ਆ ਦਰਜਨ ਕਿਸ ਹਿਸਾਬ ਨਾਲ ਵੇਚਦੇ ਨੇ? ਇਹ ਦਰਜਨ ਅਸੀਂ ਵੇਚ ਰਹੇ ਹਾਂ ਜਨਾਬ ਜੀ 120 ਰੁਪਏ ਦੀ। 120 ਰੁਪਏ ਆ ਦਾ? 220 ਦੀ। ਅੱਛਾ 220 ਦੀ ਵੇਚਦੇ ਨੇ। ਯਾ 220 180 ਦੀ ਤੁਹਾਨੂੰ ਉਹਨਾਂ ਕੋਲ ਪੰਦੀ ਹੈ 15 ਰੁਪਏ ਦੇ ਹਿਸਾਬ ਨਾਲ। ਹਾਂਜੀ ਤੇ 220 ਦੀ ਤੁਸੀਂ ਵੇਚਦੇ ਨੇ। 220 ਤੇ ਇਹ ਆ ਜਿਹੜੇ ਇੰਡੀਆ ਦੇ ਤੁਸੀਂ ਇੱਥੇ ਥੋੜੀ ਦੇਰ ਪਹਿਲੇ ਉਹਨਾਂ ਨੇ ਦੱਸ ਰਹੇ ਸੀ ਲੋਕਾਂ ਨੂੰ ਕਿ ਜੀ ਇਹ ਚਿੱਟਾ ਰੰਗ ਤੇ ਗਹਿਰਾ ਰੰਗ ਇਹ ਆਮ ਸਾਡੇ ਜੇ ਬੰਦੇ ਨੂੰ ਤਾਂ ਨਹੀਂ ਪਤਾ ਕਿਉਂ ਹੁੰਦਾ, ਇਹ ਦੱਸੋ ਜ਼ਰਾ ਸਾਰੇ ਲੋਕਾਂ ਨੂੰ। ਇਹ ਜੀ ਇਹ ਹੁੰਦਾ ਹੈ, ਇਹ ਬਾਜੇ ਆਮ ਜਿਹੜਾ ਹੁਣ ਬਣਿਆ ਜੀ ਲੋਕ ਆਂਦੇ ਜੀ ਇਹਨੂੰ ਉਹਦਾ ਪੱਤੀ ਦਾ ਰੰਗ ਦੇ ਦਿੰਦੇ ਨੇ। ਪੱਤੀ ਦਾ ਰੰਗ ਨਹੀਂ ਹੁੰਦਾ। ਇਹ ਇਸ ਵਕਤ ਦੀ ਜਿਹੜੀ ਮਕਈ ਦੀ ਫੀਡ ਹੈ ਨਾ, ਮਕਈ ਜਿਹੜੀ ਪਾਉਂਦੇ ਨੇ ਉਹ ਆਂਡਾ ਰੰਗਦਾਰ ਜ਼ਿਆਦਾ ਹੋ ਜਾਂਦਾ। ਉਹ ਜ਼ਿਆਦਾ ਹੁੰਦਾ ਹੈ। ਜਦੋਂ ਮਕਈ ਦੀ ਫੀਡ ਨਹੀਂ ਹੁੰਦੀ ਉਹ ਆਮ ਮਤਲਬ ਹੈ ਕਿ ਜਿਵੇਂ ਮੁਰਗੀ ਦਾ ਕਲਰ ਹੁੰਦਾ ਉਸ ਤਰੀਕੇ ਉਹ। ਨਹੀਂ ਭਾਈ ਤੁਹਾਨੂੰ ਪਤਾ ਲੋਕ 2 ਨੰਬਰੀਆਂ ਦਾ ਕਰਦੇ ਹੀ ਆਣ। ਹਾਂਜੀ ਇਹ ਤਾਂ ਕਰਦੇ ਹੀ ਆਣ। ਤੁਸੀਂ ਦੱਸੋ ਨਾ ਜੀ ਲੋਕਾਂ ਨੂੰ ਕਿ ਜੀ ਅਸਲੀ ਤੇ ਨਕਲੀ ਅੰਡੇ ਦੇ ਵਿੱਚ ਕੀ ਨਿਸ਼ਾਨੀ ਆ? ਇਹਦੇ ਜੀ ਜਿਹੜਾ ਅਸਲੀ ਹੁੰਦਾ ਹੈ ਨਾ ਦੇਸੀ, ਇਹਦੀ ਜਿਹੜੀ ਜਿਲਤ ਹੈ ਨਾ ਇਹ ਬਿਲਕੁਲ ਸਖਤ ਹੁੰਦੀ ਆ। ਉਹਨੂੰ ਇੱਕ ਮਿੰਟ ਜ਼ਰਾ ਦੁਬਾਰਾ ਖੜਕਾਣਾ। ਉਹਨੂੰ ਐਵੇਂ ਕਰਸੋ ਆਪਣੇ ਨੂੰ ਫਾਰਮੀ ਨੂੰ ਜਿਹੜਾ ਫੀਡ ਵਾਲਾ ਸੀ ਉਹ ਉਸੇ ਵੇਲੇ ਕੜਕ ਜਾਸੀ। ਅੱਛਾ ਉਹਨੂੰ ਉੱਥੇ ਨਿਸ਼ਾਨ ਪੈ ਜਾਸੀ। ਇਹਨੂੰ ਨਹੀਂ ਕਹੇਗਾ ਇਹ ਦੇਸੀ ਦੀ ਨਿਸ਼ਾਨੀ ਹੈਗੀ। ਇਹ ਦੇਸੀ ਦੀ ਨਿਸ਼ਾਨੀ ਹੋਗੀ ਜੀ ਆ। ਚਲੋ ਜੀ ਤੁਸੀਂ ਵੈਸੇ ਆਖਰੀ ਗੱਲ ਦੱਸ ਦਿਓ ਕਿ ਰੋਜ਼ਾਨਾ ਜਿਹੜੇ ਕਿਤਨੇ ਸੈਕੜੇ ਦੇ ਗੰਨੇ ਜਿਹੜੇ ਨੇ ਉਹ ਕੱਢ ਲਿੱਤੇ ਹੋਏ? ਇਹ ਹੁਣ ਤਾਂ ਜੀ ਕੋਈ ਨਹੀਂ, ਬਸ ਇੱਕ ਬੰਡਲ ਲਿਆ ਵੀ ਦਾ ਕਦੇ ਅੱਧਾ ਵਿਕ ਜਾਂਦਾ ਹੈ, ਕਦੇ ਪੌਣਾ ਵਿਕਦਾ। ਗਰਮੀਆਂ ਨੂੰ ਮਤਲਬ 2 ਡੇਢ ਵਿਕ ਜਾਂਦਾ। ਤੇ ਗਰਮੀਆਂ 2.5 ਵੀ ਦੱਸ ਦਿੰਦੇ ਨੇ। ਹਾਂ ਵਿਕ ਜਾਂਦੇ ਨੇ। ਲਾਲ ਹੋ ਜਾਂਦਾ ਤੇ ਜਿਹੜੀਆਂ ਇਹ ਦੂਸਰੀ ਖਾ ਜਾਂਦੀਆਂ ਨੇ ਬਾਜਰਾ ਬੂਜਰਾ ਉਹ ਵੀ ਸਫੈਦ ਸ਼ੁਮਾਰ ਠੀਕ ਹੈ। ये तो यार आप लोगों ने देखा ये कैसे 50 साल से बाबा जी जो है वो गन्ने से जो है वो गंडेरिया बना के सेल आउट कर रहे हैं और साथ में कुछ मुर्गियाँ पाली हुई हैं और अपना गुजर बसर कर रहे हैं। तो इसी तरीके से कुछ और लोग जो कोई काम नहीं करते हैं एटलीस्ट वो इस तरह का छोटा मोटा काम करके अपने लिए रोज़गार का ज़रिया ज़रूर बना सकते हैं। मिलते हैं पाकिस्तान फूड गाइड के एक नए एपिसोड में नई जगह पे नई प्रोडक्ट के साथ। तब तक के लिए इजाज़त दीजिएगा। अल्लाह हाफिज़।